वाहिगुरु साहिब जीओ। आसा महला पंजवा। लाख भगति आराधै जपते पियो पियो। कवन जुगत में लावो निर्गुण बिखई जियो। तेरी टेक गोविंद गोपाल दयाल प्रभ। तू सबना के नाथ तेरी सृष्ट सब राव। सदा सहाय संत पिकै सदा हजूर। नाम बिहुनड़िया सिमर न विसूर विसूर। दास दासन तन पाए मिटिया तिना गौण। विसरिया जिन नाम तिनड़ा हाल कौन। जैसे पश हरियाओ तैसा संसार सब। नानक बंधन काट मिलाओ आप प्रभ। आई प्रभ शरणागति कृपा निध दयाल। एक अखर हर मन वसत नानक होत निहाल। ज़ाहरा ज़हूर हाजरा हजूर सर्व कला भरपूर समर्थ गुरु। लोक परलोक दे रखियक भगत वशल ज्ञान दे सागर। गुरुआं दे गुरु शब्द गुरु धन धन श्री गुरु ग्रंथ साहिब जी महाराज। महाराज जी की पावन पवित्र गोद हजूरी दे विच गुरु शब्द दे नाल जुड़ बैठी सत्संगत जी। धनता दे योग बड़ भागे हो। सतगुरु जी ने मेहर की है, दया की है। इस कलयुग दे विच वगदी होई माया दी विकारां दी तत्ती हवा दे विच सानू गुरु साहब ने ठंडा नाम दे के शांत करन दा सानू समा बख्शिया। समा बख्श तपश नू ठंडक दूर कर दी है। तपश नू ठंड दूर कर दी है। कोई बाहरों असी जदों घर विच जांदे हाँ, कोई पट्ठे दत्थे लैके जांदा है, कोई काम तो आउंदा है, कोई किधरों आउंदा है ते गर्मी दा मौसम होवे तो आके ठंडक चाहुंदा है। अक्सर बोलिया जाता है भी ठंडा जल छकाओ। आम करके ठंडा शीतल जल पियाओ। क्यों? क्योंकि जिहड़ी तपश है वो घट जाए जां शांत हो जाए। फिर जदों साडे तुरन दी किरिया बंद हुंदी है, असी रिलैक्स हो के बहिंदे हाँ ते सानू हवा जां छकिया होया जल ठंडक दिंदा ते असी फिर सुख महसूस करते हैं। सुख महसूस करते हैं। जिवें असी भादरों दे महीने दी संगरांद ते तपश दी विचार कीती सी, उस दे नाल लगदा ही विचार आरंभ करवाया महाराज जी ने। ते महाराज जी बाणी दे विच फरमान करते ने, संसार तपश दे नाल रोगी होया बैठा है।
ਸੰਸਾਰ ਨੂੰ ਇੱਕ ਤਪਸ਼ ਲੱਗੀ ਹੋਈ ਹੈ। ਉਹ ਕਿਹੜੀ ਤਪਸ਼ ਹੈ ਤੇ ਕਿਹੜਾ ਰੋਗ ਹੈ, ਬਾਣੀ ਕੋਲੋਂ ਪੁੱਛਦੇ ਹਾਂ। ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ, ਰੋਗ ਸੰਸਾਰ ਰੋਗੀ, ਨਾਮ ਦਾਰੂ ਮੈਲ ਲਾਗੇ ਸੱਚ ਬਿਨਾ। ਇਹ ਤੇ ਹੋ ਗਈ ਨਾ ਰੋਗੀ ਦੀ ਪੰਕਤੀ। ਤੇ ਜਿਹੜੀ ਤਪਸ਼ ਲੱਗੀ ਹੈ ਇਹ ਕਿਹੜੀ ਹੈ, ਇਹ ਵੀ ਗੁਰੂ ਸਾਹਿਬ ਕੋਲੋਂ ਪੁੱਛਦੇ ਹਾਂ। ਮਹਾਰਾਜ ਜੀ ਕਹਿੰਦੇ ਆ, ਕਾਮ ਕ੍ਰੋਧ ਲੋਭ ਮੋਹ ਮਨ ਲੀਨਾ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਮਨੁੱਖ ਨੂੰ ਵਾਸ਼ਨਾ ਦੀ, ਵਿਕਾਰ ਦੀ, ਕ੍ਰੋਧ ਦੀ, ਮੋਹ ਦੀ, ਲੋਭ ਦੀ, ਅਹੰਕਾਰ ਦੀ, ਮਹਾਰਾਜ ਜੀ ਕਹਿੰਦੇ ਇਹ ਜਿਹੜੀ ਹੈ ਤਪਸ਼ ਹੈ ਜਾਂ ਗਰਮੀ ਕਹਿ ਲਈਏ, ਇਹ ਲੱਗੀ ਹੋਈ ਹੈ। ਤੇ ਇਸ ਤਪਸ਼ ਨੂੰ ਕੌਣ ਦੂਰ ਕਰਦਾ? ਸ਼ਾਂਤ ਪਾਈ ਗੁਰ ਸਤਿਗੁਰ ਪੂਰੈ। ਇਸ ਨੂੰ ਸ਼ਾਂਤ ਕਰਦੀ ਹੈ ਬਾਣੀ, ਇਸ ਨੂੰ ਸ਼ਾਂਤ ਕਰਦਾ ਹੈ ਗਿਆਨ, ਇਸ ਨੂੰ ਸ਼ਾਂਤ ਕਰਦਾ ਹੈ ਮਨੁੱਖ ਦਾ ਉਜਲ ਵਿਚਾਰ, ਪਾਕ ਵਿਚਾਰ, ਪਵਿੱਤਰ ਵਿਚਾਰ। ਸੋ ਇਸ ਲਈ ਅਸੀਂ ਉਸ ਕਲਯੁਗ ਦੀ ਦੁਨੀਆ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਕੂੜ ਫਿਰੇ ਪ੍ਰਧਾਨ ਵੇ ਲਾਲੋ। ਅਸੀਂ ਉਸ ਜੱਗ ਦੇ ਵਿੱਚ ਆ ਚੁੱਕੇ ਹਾਂ ਜਿੱਥੇ ਸ਼ਰਮ ਤੇ ਧਰਮ ਲੁਕੀਆਂ ਹੋਈਆਂ ਨੇ। ਬਾਣੀ ਦਾ ਫਰਮਾਨ ਹੈ, ਸ਼ਰਮ ਧਰਮ ਦੋਏ ਛੱਪ ਖਲੋਏ। ਸ਼ਰਮ ਧਰਮ, ਗੁਰੂ ਨਾਨਕ ਪਾਤਸ਼ਾਹ ਦਾ ਹੁਕਮ। ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਕਾਜੀਆਂ ਬਾਹਮਣਾ ਕੀ ਗੱਲ ਥਕੀ ਅਗਦ ਪੜੈ, ਸ਼ੈਤਾਨ ਵੇ ਲਾਲੋ। ਵੀ ਕੀ ਗੱਲ ਕੀਤੀ ਜਾਏ, ਇੱਥੇ ਪ੍ਰਚਾਰਕ ਸ਼੍ਰੇਣੀ ਨੂੰ ਵੀ ਮਹਾਰਾਜ ਜੀ ਨੇ ਨਾਲ ਲੈ ਲਿਆ, ਕਾਜੀਆਂ ਨੂੰ ਨਾਲ ਲੈ ਲਿਆ। ਜਿਹੜੇ ਕਾਜੀ ਧਾਰਮਿਕ ਆਗੂ ਹੁੰਦੇ ਨੇ, ਉਸ ਸਮੇਂ ਗ੍ਰੰਥੀ ਨਹੀਂ ਸਨ ਬਣੇ, ਹੋ ਸਕਦਾ ਉਹਨਾਂ ਦਾ ਵੀ ਨਾਂ ਲਿਖ ਦਿੰਦੇ। ਉਹਨੇ ਲਿਖਿਆ ਕਾਜੀਆਂ। ਮੁਸਲਮਾਨਾਂ ਦੇ ਵਿੱਚ ਕਾਜੀ ਹੁੰਦੇ ਆ ਨਾ, ਤੇ ਹਿੰਦੂਆਂ ਵਿੱਚ ਬਾਹਮਣ ਹੁੰਦੇ ਨੇ। ਕਾਜੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੇ, ਸ਼ੈਤਾਨ ਵੇ ਲਾਲੋ। ਜਿਹੜੇ ਧਾਰਮਿਕ ਗ੍ਰੰਥ ਹੈ, ਕਈ ਜਿਹੜੇ ਨੇ ਸ਼ੈਤਾਨੀ ਬਿਰਤੀ ਵਾਲੇ ਜਿਹੜੇ ਨੇ, ਉਹਨਾਂ ਨੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ ਤੇ ਉਹਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ। ਇਸ ਲਈ ਗੁਰੂ ਨਾਨਕ ਮਹਾਰਾਜ ਜੀ ਨੇ ਕਿਹਾ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਸੱਚ ਨੂੰ ਪਰਦੇ ਹੇਠ ਲੁਕੋ ਲਿਆ। ਧਿਆਨ ਦੇਣਾ, ਜਦ ਸੱਚ ਨੇ ਪ੍ਰਕਾਸ਼ ਦੇ ਰੂਪ ਵਿੱਚ ਸਾਹਮਣੇ ਆਉਣਾ ਹੈ ਨਾ, ਉਸਨੇ ਸਾਰਾ ਹਨੇਰਾ ਦੂਰ ਕਰ ਦੇਣਾ। ਜਦੋਂ ਸਾਬਣ ਨੇ ਕੱਪੜੇ ਨੂੰ ਲੱਗਣਾ ਤੇ ਉਹਦੀ ਮੈਲ ਉਹਨੇ ਰਹਿਣ ਨਹੀਂ ਦੇਣੀ। ਜਦੋਂ ਸੋਟੇ ਤੇ ਡੰਡੇ ਨਾਲ ਮੋਟੇ ਖੇਸਾਂ ਤੇ ਚਾਦਰਾਂ ਨੂੰ ਪਹਿਲਾਂ ਕੁੱਟਿਆ ਜਾਂਦਾ ਸੀ, ਹੁਣ ਮਸ਼ੀਨਾਂ ਦੇ ਵਿੱਚ ਚੱਲਦਾ, ਹੁਣ ਨਹੀਂ। ਤੇ ਉਦੋਂ ਫਿਰ ਉਹਦੀ ਮੈਲ ਜਿਹੜੀ ਹੈ ਉਹ ਬਾਹਰ ਕੱਢੀ ਜਾਂਦੀ ਸੀ। ਤੇ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ, ਜਦੋਂ ਅਸੀਂ ਨਾ ਸੱਚ ਸੁਣਾਈ ਸੀ, ਸੱਚ ਕੀ ਬੇਲਾ, ਜਦੋਂ ਅਸੀਂ ਸੱਚ ਦੀ ਬਾਤ ਸੁਣਾਉਣੀ ਸ਼ੁਰੂ ਕੀਤੀ ਤੇ ਸੱਚ ਪ੍ਰਕਾਸ਼ ਦੇ ਰੂਪ ਦੇ ਵਿੱਚ ਫੈਲਿਆ। ਜਦੋਂ ਸੱਚ ਪ੍ਰਕਾਸ਼ ਦੇ ਰੂਪ ਦੇ ਵਿੱਚ ਫੈਲਿਆ ਤੇ ਜਿਹੜੇ ਢੋਂਗੀ ਲੋਕ ਸੀ, ਕਰਮਕਾਂਡੀ ਸੀ, ਪਖੰਡੀ ਸੀ, ਝੂਠੇ ਸੀ, ਉਹ ਹਨੇਰਾ ਸੀ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ। ਜਿਹੜੇ ਇੱਦਾਂ ਦੇ ਲੋਕ ਸੀ, ਹਨੇਰੇ ਵਿੱਚ ਆਪ ਸੀ ਤੇ ਜਨਤਾ ਨੂੰ ਹਨੇਰੇ ਵਿੱਚ ਰੱਖਦੇ ਸੀ, ਉਹਨਾਂ ਦੇ ਪਰਦੇ ਚੁੱਕੇ ਗਏ। ਕਿਉਂਕਿ ਜਦੋਂ ਮਹਾਰਾਜ ਜੀ ਦੀ ਬਾਣੀ ਵਿੱਚ ਲਿਖਿਆ, ਦੇਖੋ ਭਾਈ ਗਿਆਨ ਕੀ ਆਈ ਆਂਧੀ। ਜਦੋਂ ਗਿਆਨ ਦਾ ਤੂਫਾਨ ਆਉਂਦਾ ਹੈ ਨਾ, ਫਿਰ ਸਾਰੇ ਪਰਦੇ ਚੁੱਕੇ ਜਾਂਦੇ ਨੇ। ਫਿਰ ਕਿਸੇ ਦਾ ਝੂਠ ਜਿਹੜਾ ਉਹ ਹੀ ਪਰਦਾ ਨਹੀਂ ਰਹਿੰਦਾ, ਨਾ ਕਿਸੇ ਦੀ ਵਿਕਾਰੀ ਬਿਰਤੀ ਦਾ ਪਰਦਾ ਰਹਿੰਦਾ, ਨਾ ਨਿੰਦਿਆ, ਨਾ ਚੁਗਲੀ, ਨਾ ਕਿਸੇ ਹੋਰ ਚੀਜ਼ ਦਾ ਪਰਦਾ ਸੱਚ ਰਹਿਣ ਹੀ ਨਹੀਂ ਦਿੰਦਾ। ਇਸ ਕਰਕੇ ਮਹਾਰਾਜ ਜੀ ਨੇ ਬਾਣੀ ਵਿੱਚ ਸੱਚ ਨੂੰ ਲਿਖ ਦਿੱਤਾ, ਸੱਚ ਸਭਨਾ ਹੋਏ ਦਾਰੂ।
सच जिहड़ा वो दारू दे रूप दे विच सारिਆਂ ਦੇ ਲਈ है। जे कोई इस दारू ਨੂੰ कौड़ा जान के नहीं प्राप्त करता तो वो जीवन दे विच अगे नहीं वध सकेगा। सच सबना ਲਈ दारू है, सच सबना दे ਲਈ जीवन है, सच सबना दे ਲਈ मार्ग दर्शन है या मार्ग है, मंजिल है। इस करके सच्ची तेरी सिफत सच्ची सालाह, सच्ची तेरी कुदरत सच्चे पातशाह। ਉਹਦਾ नाम भी सच्चा, ਉਹਦੀਆਂ ਗੱਲਾਂ भी सच्चियां, ਉਹਦਾ ज्ञान भी सच्चा, ਉਹਦਾ ਸੁਭਾਅ भी सच्चा, ਉਹਦਾ बोलना भी सच्चा, ਉਹਦਾ देखना भी सच्चा, ਉਹਦਾ सुनना भी सच्चा। किस दा? ਸਾਡੇ सतगुर ਦਾ। ਤੇ हमेशा ਅਸੀਂ ਸਰਵਣ ਕਰਦੇ ਹਾਂ, जैसा सतगुरु सुनीदा तैसो ही मैं ਡੀਠ। ਜਿਵੇਂ ਦਾ ਅਸੀਂ ਆਪਣੇ ਬਾਪੂ ਨੂੰ ਤੱਕਿਆ ਅਸੀਂ ਵੀ ਉੱਦਾਂ ਦੇ ਹੀ ਬਣ ਗਏ। ਰਾਈਟ। ਜਿਵੇਂ ਦਾ ਬੱਚੇ ਨੇ ਆਪਣੇ ਪਰਿਵਾਰ ਦੇ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਲੋ ਕੀਤਾ, ਬੱਚਿਆਂ ਦੇ ਬੋਲਣ ਦਾ ਲਹਿਜ਼ਾ ਜਿਹੜਾ ਉਹ ਪਰਿਵਾਰ ਦੇ ਵਿੱਚੋਂ ਬਾਹਰ ਆਉਂਦਾ। इस करके जिन्ने भी छोटे छोटे बच्चे बोली बोलते हैं वो अपनी माँ बाप या परिवारक मैंबरां तो सिखे अखर बोलते हैं। तो रोज़ असी सुनते हैं साडा पिता सतगुरु गुरु नानक है। जदों असी गुरु नानक नूं सुनिया ਜਾਂ कोई भी जदों बाबे की बाणी नूं सुनेगा, गुरु नानक नूं सुनेगा, उन्होंने फॉलो करेगा तो ਉਹਦਾ लहजा, ਉਹਦਾ बोलना, ਉਹਦਾ ਸੁਭਾਅ भी उस अपने प्यो बाबे वर्गा हो जाएगा। जिन्हों कहते ने सच सुनाए सी सच की बेला। जिवें असीं आम लोग कह देंदे हैं भी ये तो निरा अपने प्यो वर्गा ही है, ਜਾਂ कोई प्यो दे विच कमी हो जाती है तो असीं एक ना गल ला के कहने भी ਇਹਦਾ प्यो किहड़ा घट है, इदां कह दिंदे ना, ये भी तो ਉਹਦੇ वर्गा ही होना कह दिंदे आ। ते साडा गुरु ग्रंथ साहब, साडा गुरु नानक, साडा दशमेश पिता कौन है? साडा प्यो है। तो फिर असी अपने प्यो वर्गे थोड़े बहुते क्यों ना होइए? प्यो वर्गे सुभाअ दे बहुता नहीं तो थोड़े क्यों ना होइए? उस प्यो वांगू सच क्यों ना बोलीए? उस प्यो वांगू खंडे की धार ते क्यों ना तुरीए? उस प्यो वांगू बेपरवाहियां क्यों ना मानीए? क्योंकि असी पुत्तां दशमेश पिता दे, असी पुत्तां साहिब कौर माता दे, असी जम्मे हाँ केसगढ़ तो, असी वासी हाँ आनंदपुर साहब दे। ते जात किहड़ी है साडी? खालसा। लग गया पता सिंह कौन है? सिंह कौन है? प्यो साडा खालसे नूं जदों सानूं खंडे बाटे का अमृत छकाया जाता, अज तो तुहाडे पिता श्री गुरु गोबिंद सिंह जी, सानूं सारिआं नूं कहा जाता तुहाडे अज तो पिता श्री गुरु गोबिंद सिंह जी, तुहाडी माता साहिब कौर जी, ये दस दिता जाता। ते तुसीं जम्मे कित्थे हो? केसगढ़ दे विचों, केसगढ़ दे स्थान तो। तुसीं वासी कित्थे हो? तुहाडा एड्रैस किहड़ा? आनंदपुर साहब। जदों ये पक्की सानूं उत्थे लिखिया भी जाता, साडा नाम लिखिया जाता, जिथे भी किसी ने अमृत छकिया होएगा वो अज जाके कढ़ा लो, भावें 40 साल पहलां छकिया होए। ये सारा कुछ दस के गुरु साहब जदों असी घर आने हुण अगे देखियो कितनी चोट वजदी है। जदों असी घर आके ते किसी नूं पुछदे आ भी तेरी जात की है, तो फिर उहनूं शर्म आउणी चाहीदी है। बाणी विच लिखिया शर्म। जिहड़ा फिर भी गुरु गोबिंद सिंह जी दीआं धीआं पुत्तां कट्ठे बह के गुरु तो गुरु दे पंज प्यारिਆਂ ਨੂੰ ਅਸੀਂ गुरु ਦਾ रूप खालसा जान के जदों घर आ जाते हाँ, फिर आके जदों किसी की जात पुछदे हाँ तो महाराज जी कहते जो सिखण की पूछत जात, वो नहीं सिख मराद जगा। ते उस भोले नूं, उस रब दे प्यारे नूं पुछे भाई जिहड़ा बापू दे कोलों लैके आया भी किहदा तू पुत्र है? एक पिता एक सके हम मार्ग तू मेरा गुरहाई। कल भी असी सुनिया सी कोई बोले राम राम, कोई खुदाए।
अवल अल्लाह नूरियो पाया कुदरत के सब बंदे। मेरी विचार आरंभ हुई है बई सच सुनाए सी सच की बेला तपश। सच है गुरु, सच है गुरु दी बाणी। गुरु ने जिन्हों कहते ने रत्ती भर सूई दे नोक जिन्ना ओला नहीं रखना। जे गुरु ने ओला रख दिता, जे गुरु ने किसी दे नाल वितकरा कर दिता, जे गुरु ने किसी दे नाल पक्षपात कर दिता ते गुरु नूं किसी ने गुरु नहीं कहना। गुरु ना किसी दा पक्ष करदा, ना किसी नाल वैर करदा और ना किसी नूं गलत राह ते तोरदा। सगों भटकिया होयां नूं बांह फड़ के कहंदा ऐ राह नहीं तेरा, आ पुत्र तेरा राह है। असी गलत राह ते तुरे होयां नूं भंडदे आ ना। असी कोई बच्चा किसी का नशई हो जाए तो असी उसकी निंदा करते हैं ना। किसी के घर दे विच कोई गलत मलत हो जाए असी उसके घर के परिवारक मैंबरां की निंदा करते हैं ना। पर जिहड़ा असली सिख है वो दूजे दा दुख वंडाउंदा है, दूजे दी कला कलेश नूं देख के खुश नहीं हुंदा। बाणी दी पंक्ति सुनो। बाणी विच लिखिया होवो इकत्तर मिलो मेरे भाई, दुबदा दूर करो लिव लाए। जे कोई दुखी है ना, महाराज जी कहते इकत्तर का मतलब इकट्ठे हो जाओ मेरे पुत्रो, मेरी धीओ, सारे होवो इकत्तर मिलो मेरे भाई, इकट्ठे होके बह जाओ। गुरमुख बैठो सफा विछाए, इकट्ठे बह के ते तुसी अपनी दुबदा नूं एक संवाद दे नाल, एक विचार दे नाल दूर करो। संवाद दे नाल, दलील दे नाल, विचार दे नाल दूर करो, ना कि किसी चीज़ नूं वधाओ। मूर्ख चीज़ नूं वधाउंदा है, सियाणा चीज़ नूं खत्म करदा है। मतलब कोई लड़ाई झगड़ा जिहड़ा मूर्ख ते शैतान बिरती वाला मनुख है वो उस चीज़ नूं वधाएगा, पर जिहड़ा सियाणा बंदा हुंदा है उस चीज़ नूं घटाएगा। ये सानू कौन सिखाउंदा है? श्री गुरु ग्रंथ साहिब जी महाराज, साडे गुरु साहिब जी सानू सिखाउंदे ने। दुबदा ना पढ़ो हर बिन होर ना पूजो, मड़े मसान ना जाई। ये सानू कौन दसदे ने? श्री गुरु ग्रंथ साहिब जी महाराज। ध्यान देना, जिहड़ियां असीं रोज़ विचारां साध संगत जी सरवण करदे हां, जे सचमुच ये ना करदे हुंदे ते मैं तुहाडी गल दे करदा ने, मैनूं खुद नूं नहीं पता लगना सी भी असीं कित्थे हां। खुद नूं नहीं पता लगना सी भी गुरु ग्रंथ साहिब विच लिखिया की है। सारी दुनिया नूं पता सिखां दा ग्रंथ श्री गुरु ग्रंथ साहिब है, सब नूं पता ना। ते आम लोकां दी गल छड्डे, जिहड़े प्रचार करदे ने, जे उन्हां नूं आके कोई पुछे भी आ जिहड़ी पंक्ति है इहदा अर्थ ते इहदा जिहड़ा भाव अर्थ डूंगा विचार सानू सुनाओ। जे उसने पढ़िया ना होएगा, जे उसने सुनाया ना होएगा, जे उसने देखो कला पढ़ना काफ़ी नहीं, उन्होंने पंजाबी विच कहंदे ने घोटा लाना, उन्होंने घोटा भी कई बार लाउणा पैंदा है सुनाउण दे लई। ते जे किसी ने उत्ते मेहनत ना कीती होई, उहदे अर्थ ना देखे होणगे, किसी दूसरे धर्म का बंदा, सपोज असीं हरमंदर साहिब गए हैं, उत्थे परिक्रमा दे विच सानू कोई पुछ लवे भी आ जिहड़ी पंक्ति चलदी पई है इहदा लंबा अर्थ की है, क्योंकि छोटा जिहा अर्थ उत्थे लगियां ने अपनियां जो भी LED उहदे विच दस्सिया हुंदा। पर जे कोई पुछण दा यतन करे डीपली इहदा अर्थ दसो, तो फिर जे सिख ना दस पाया जां कोई प्रचारक ना दस पाया, जे कोई रागी ढाडी ग्रंथी ना दस पाया, तो वो बंदे सानू कहणगे दूसरे धर्म दे, तुसीं की अपने गुरु नूं पढ़िया, तुसीं की अपने गुरु नूं जाणिया, जिहदे बारे तुहानूं पहचान ही नहीं, तुसीं उहदे बारे दस ही नहीं सकदे। बाणी नूं तुसीं गुरु कहंदे हो, असीं बाणी नूं गुरु कहंदे हां, ते सानू अपने गुरु बारे किसी नूं जानकारी देण दे लई की शब्दकोश, पंजाबी दे विच शब्दकोश है बहुत घट, 1-2% होएगा साडे नगर विच भी, होर भी शब्दकोश दे विच शब्द देख लेना। जे तुसीं कहोगे तुहाडे कोल है, हाँ है,
ਸ਼ਬਦਕੋਸ਼ ਦੇ ਵਿੱਚ ਹਰ ਇੱਕ ਸ਼ਬਦ ਦਾ, ਜਿੰਨੇ ਵੀ ਸ਼ਬਦ ਅਸੀਂ ਬੋਲਦੇ ਹਾਂ, ਚਾਹੇ ਮਾਝਾ, ਮਾਲਵਾ, ਦੁਆਬਾ, ਚਾਹੇ ਕੋਈ ਪੁਆਧ ਹੈ, ਚਾਹੇ ਪਾਕਿਸਤਾਨ ਦੇ ਵਿੱਚ ਪੰਜਾਬੀ ਹੈ, ਉਹਦੇ ਸ਼ਬਦਕੋਸ਼ ਦੇ ਵਿੱਚ ਜੇ ਹੋਸ਼ ਸ਼ਬਦ ਲਿਖਿਆ ਤੇ ਉਹਦੇ 10-20 ਅਰਥ ਮਤਲਬ ਲਿਖੇ ਨੇ। ਪਰ ਜੇ ਕਿਸੇ ਨੂੰ ਸ਼ੌਂਕ ਹੋਵੇ ਪੜ੍ਹਨ ਦਾ, ਜੇ ਕਿਸੇ ਨੇ ਦਰਦ ਲਿਖਿਆ, ਉੱਥੇ ਸ਼ਬਦ ਦੇ ਦਰਦ ਦੇ ਕਿੰਨੇ ਅੱਗੀਆਂ ਬੋਲੀਆਂ ਵਿੱਚ ਅਰਥ ਕੀਤੇ ਗਏ ਨੇ। ਕੋਈ ਦਰਦ ਨੂੰ ਪੀੜ ਕਹਿੰਦਾ ਹੈ ਨਾ, ਆਮ ਕਰਕੇ ਅਸੀਂ ਕਹਿੰਦੇ ਸਾਡੇ ਸਰੀਰ 'ਚ ਦਰਦ ਹੈ, ਤੇ ਤੁਸੀਂ ਇੱਧਰ ਮਾਝੇ ਵਾਲਿਆਂ ਵੱਲ ਚੱਲ ਜਾਓ, ਉਹ ਦਰਦ ਨਹੀਂ ਕਹਿੰਦੇ, ਉਹ ਕਹਿੰਦੇ ਬੜੀ ਪੀੜ ਹੁੰਦੀ ਹੈ, ਉਹ ਪੀੜ ਕਹਿੰਦੇ ਨੇ। ਇੱਦਾਂ ਹੀ ਮਤਲਬ ਮੈਂ ਕਹਿ ਰਿਹਾ ਵੀ ਸ਼ਬਦਕੋਸ਼ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨ ਦੇ ਲਈ ਇਕੱਲਾ ਨਹੀਂ ਸਿੱਧਾ ਅਸੀਂ ਤਾਂ ਵੈਸੇ ਸਿੱਧਾ ਪੜ੍ਹ ਲੈਂਦੇ ਹਾਂ ਨਾ, ਜਪਜੀ ਸਾਹਿਬ ਕਰ ਲੈਣਾ। ਇਹਦੇ ਲਈ ਇੱਕ ਪ੍ਰੋਫੈਸਰ ਸਾਹਿਬ ਸਿੰਘ ਦੀ ਹੈ ਗੁਰਬਾਣੀ ਵਿਆਕਰਨ। ਜਿਵੇਂ ਅੰਗਰੇਜ਼ੀ ਦੀ ਵਿਆਕਰਨ ਹੁੰਦੀ ਹੈ ਨਾ, ਸਾਨੂੰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਵੀ ਗੁਰਬਾਣੀ ਦੀ ਵੀ ਵਿਆਕਰਨ ਹੈ, ਔਰ ਅੰਗਰੇਜ਼ੀ ਨਾਲੋਂ ਕਿਧਰੇ ਬਹੁਤ ਪਿਆਰੀ, ਬਹੁਤ ਸੋਹਣੀ ਵਿਆਕਰਨ। ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਵਿਆਕਰਨ ਜਿਹੜੀ ਹੈ ਉਹ ਸਾਨੂੰ ਆਮ ਪੰਜਾਬੀ ਪੜ੍ਹਨ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਦੇ ਵਿੱਚ ਬਹੁਤ ਸਹਾਇਤਾ ਕਰਦੀ ਹੈ। ਸਾਨੂੰ ਔਂਕੜ ਦਾ ਉਚਾਰਨ, ਦੁਲੈਂਕੜ ਦਾ ਉਚਾਰਨ, ਹੋੜੇ ਦਾ ਉਚਾਰਨ, ਕਨੌੜੇ ਦਾ ਉਚਾਰਨ। ਆ ਪੰਜਾਬੀ ਅੰਗਰੇਜ਼ੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੁੱਛਿਆ ਜਾਵੇ ਵੀ ਲਗਾ ਮਾਤਰਾ ਸੁਣਾਓ, ਉਹ ਕਿਸੇ ਨੂੰ ਵੀ ਨਹੀਂ ਆਉਣੀ ਹੈ। ਉਹਨਾਂ ਨੂੰ ਕਨੌੜੇ ਦਾ ਨਹੀਂ ਪਤਾ, ਉਹਨਾਂ ਨੂੰ ਕਨੌੜਾ ਕੀ ਹੁੰਦਾ, ਹੋੜਾ ਕੀ ਹੁੰਦਾ। ਅਤੇ ਉਹ ਚੀਜ਼ ਜਿਹੜਾ ਸਾਡਾ ਮੂਲ ਸੀ ਨਾ, ਚਲੋ ਵਿਚਾਰ ਬਹੁਤ ਪਿਆਰਾ ਚੱਲ ਰਿਹਾ, ਉਹ ਸਾਡਾ ਮੁਕਤਾ ਬਿੰਦੀ ਟਿੱਪੀ ਜਿਹੜੀ ਹੁੰਦੀ ਸੀ ਨਾ ਵਿਆਕਰਨ। ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਇੰਗਲਿਸ਼ ਦੀ ਵਿਆਕਰਨ 'ਤੇ ਪੜ੍ਹਾਈ ਜਾਂਦੀ ਹੈ, ਸਾਡੀ ਪੰਜਾਬੀ ਦੀ ਵਿਆਕਰਨ ਦੱਸੋ ਕਿਹਦੇ ਬਸਤੇ 'ਚ ਹੈ। ਇਹ ਚੀਜ਼ਾਂ ਤੁਹਾਨੂੰ ਕਿਸੇ ਨੇ ਨਹੀਂ ਦੱਸਣੀਆਂ, ਜਾਂ ਕੋਈ ਪੜ੍ਹਦਾ ਹੋਵੇ ਉਹਨੂੰ ਪਤਾ ਹੈ। ਵਿਆਕਰਨ ਦੀ ਆਰੰਭਤਾ ਸ਼ਬਦਕੋਸ਼ ਦੇ ਵਿੱਚ ਗੁਰਬਾਣੀ ਵਿਆਕਰਨ ਜਿਹੜੀ ਹੈ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਹੈ ਪੁਸਤਕ, ਉਹਦੇ ਵਿੱਚ ਦੇ ਇੱਕ ਸ਼ਬਦਕੋਸ਼ ਹੈ, ਉਹ ਵੀ ਅਲੱਗ-ਅਲੱਗ ਰਾਈਟਰਾਂ ਦੀਆਂ ਲਿਖੀਆਂ ਹੋਈਆਂ ਨੇ। ਉਹਦੇ ਵਿੱਚ ਜੋ ਅਸੀਂ ਕੰਨਾ, ਸਿਹਾਰੀ, ਬਿਹਾਰੀ ਇਹ ਸਾਰੀਆਂ ਪੜ੍ਹਦੇ ਹਾਂ, ਜਿੱਦਾਂ ਸਾਨੂੰ ਨਿੱਕੇ ਹੁੰਦਿਆਂ ਨੂੰ, ਦੇਖੋ ਅੰਗਰੇਜ਼ੀ ਅਸੀਂ ਵੀ ਅੱਜ ਸਿੱਖ ਲਈ, ਭਾਵੇਂ ਬਹੁਤੀ ਨਹੀਂ ਥੋੜ੍ਹੀ, ਪਰ ਸਾਨੂੰ ਇਹ ਪੜ੍ਹਾਇਆ ਜਾਂਦਾ ਸੀ ਤੱਤਾ ਮੁਕਤਾ ਤਾ ਕੰਨਾ ਤੀ ਸਿਹਾਰੀ, ਤੀ ਸਿਹਾਰੀ ਤੀ ਬਿਹਾਰੀ। ਵੀ ਤੱਤੇ ਨੂੰ ਸਿਹਾਰੀ ਲੱਗੇ ਤੇ ਆਵਾਜ਼ ਕਿਹੜੀ ਆਉਂਦੀ ਹੈ, ਤੀ ਬਿਹਾਰੀ ਤੋਂ ਔਂਕੜ, ਤੂ ਦਲੈਂਕੜ। ਜਿਹੜਾ ਤੱਤੇ ਨੂੰ ਔਂਕੜ ਹੋਏਗਾ ਤੋ ਥੋੜ੍ਹਾ ਜਿਹਾ ਬੋਲਿਆ ਜਾਏਗਾ, ਜਿਹੜਾ ਦੁਲੈਂਕੜ ਹੋਏਗਾ ਉਹ ਤੂ ਕਰਕੇ ਬੋਲਿਆ ਹੋਏਗਾ। ਤੱਤਾ ਮੁਕਤਾ ਤਾ ਕੰਨਾ ਤੀ ਸਿਹਾਰੀ ਤੀ ਬਿਹਾਰੀ ਤੂ ਔਂਕੜ ਤੂ ਦਲੈਂਕੜ। ਤੀ ਲਾਮ ਤੈ ਕਹਿੰਦੇ ਨੇ, ਤੈ ਦਲਾਵਾਂ ਤੋ ਹੋੜਾ ਤੋ ਕਨੌੜਾ। ਜਿੱਦਾਂ ਅਸੀਂ ਕਹਿੰਦੇ ਹਾਂ ਨਾ, ਇੱਕ ਕੱਕੇ ਨੂੰ ਹੋੜਾ ਤੇ ਰਾਲੇ ਨੂੰ ਬਿਹਾਰੀ ਕੀ ਪੜੀ ਦਾ, ਕੋੜੀ, ਕੋੜੀ। ਅਤੇ ਜੇ ਕਿਸੇ ਨੇ ਕੋੜੀ ਕਹਿਣਾ ਹੋਵੇ ਫਿਰ ਕਨੌੜਾ ਲੱਗਣਾ। ਕੌੜੀ ਚੀਜ਼ ਨੂੰ ਲੱਗ ਗਿਆ ਹੋੜਾ, ਅਤੇ ਕਨੌੜਾ ਕਿਹਨੂੰ ਲੱਗਣਾ। ਅਤੇ ਇਹ ਜਿਹੜੀਆਂ ਚੀਜ਼ਾਂ ਨੇ ਕਿਧਰੇ ਕੁਛ ਨਹੀਂ ਪੜ੍ਹਾਇਆ ਜਾ ਰਿਹਾ। ਕੋਈ ਪੰਜਾਬੀ ਸਕੂਲ ਹੈ ਜਿੱਥੇ ਪੜ੍ਹਾਇਆ ਜਾਂਦਾ। ਆਮ ਕਰਕੇ ਮੈਂ ਵਿਚਾਰ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਦੇ ਲਈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨ ਦੇ ਲਈ ਇਹ ਜਿਹੜੀਆਂ ਲਗਾ ਮਾਤਰਾ ਹੋ ਰਹੇ ਕਨੌੜੇ, ਤੱਤਾ ਮੁਕਤਾ ਮੈਂ ਆਰੰਭ ਕੀਤਾ, ਤੱਤਾ ਮੁਕਤਾ ਤਾਕਨਾ ਤੀ ਸਿਆਰੀ ਤੀ ਬਿਹਾਰੀ ਤੂੰ ਅੰਕੜ ਤੂੰ ਦਲੈਂਕੜ ਤੋ ਹੋੜਾ ਤੋ ਕਨੌੜਾ ਤੰਗ ਟਿੱਪੀ ਤਾਂ ਬਿੰਦੀ, ਇਹ ਤਾਂ ਅਦਕ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਨੂੰ ਪੜ੍ਹਾਈ ਦੇ ਵਿੱਚੋਂ, ਐਜੂਕੇਸ਼ਨ ਦੇ ਵਿੱਚੋਂ ਮਿਲਦੀਆਂ ਨੇ। ਇਹ ਸਾਡਾ ਬੇਸ ਹੈ, ਪੰਜਾਬੀ ਲੋਕਾਂ ਦਾ ਬੇਸ ਹੈ। ਅਸੀਂ ਕਹਿੰਦੇ ਹਾਂ ਕਿਉਂਕਿ ਸਾਡੀ ਬੋਲੀ ਦੇ ਵਿੱਚ ਬਹੁਤ ਸ਼ਬਦ ਐਸੇ ਨੇ ਜਿਹੜੇ ਅਸੀਂ ਸ਼ੁੱਧ ਉਚਾਰਨ ਨਹੀਂ ਕਰਦੇ। ਅਸੀਂ ਕਹਿੰਦੇ ਚਾਹ ਪੀਣੀ ਹੈ ਅਤੇ ਅਸੀਂ ਬੋਲਦੇ ਹਾਂ ਚੱਚੇ ਨੂੰ ਕੰਨਾ ਐੜਾ ਚਾਹ, ਅਤੇ ਅਸਲ ਦੇ ਵਿੱਚ ਹੁੰਦਾ ਚਾਹ। ਚੱਚੇ ਨੂੰ ਜੇ ਤੁਸੀਂ ਪੜ੍ਹੋਗੇ ਚਾਹ ਜੇ ਲਿਖੀ ਹੋਏਗੀ, ਲਿਖਿਆ ਹੋਏਗਾ ਚੱਚੇ ਨੂੰ ਕੰਨਾ ਹਾ ਹਾ ਚਾਹ। ਅਤੇ ਇਸ ਕਰਕੇ ਬਹੁਤ ਸ਼ਬਦ ਐਸੇ ਨੇ ਜਿਹੜੇ ਅਸੀਂ ਮਤਲਬ ਜਦੋਂ ਅਸੀਂ ਬੋਲਦੇ ਹਾਂ ਉਹਦਾ ਬੋਲਣ ਵਿੱਚ ਹੋਰ ਹੈ, ਜਦੋਂ ਲਿਖਿਆ ਜਾਂਦਾ ਉਹ ਲਿਖਣ ਵਿੱਚ ਹੋਰ ਹੈ। ਅਸੀਂ ਕਹਿੰਦੇ ਹਵੇਲੀ ਜਾਣਾ, ਅਤੇ ਤੁਸੀਂ ਲਿਖਿਆ ਦਿਖਾਓ ਹਵੇਲੀ ਕਿੱਥੇ ਲਿਖਿਆ, ਉੱਥੇ ਲਿਖਿਆ ਹੁੰਦਾ ਹਵੇਲੀ, ਹਾ ਹਾ ਵਾਵੇ ਨੂੰ ਲਾਮ ਲੱਲੇ ਨੂੰ ਬਿਹਾਰੀ ਹਵੇਲੀ।
ਇਹ ਸ਼ਬਦ ਜਿੱਦਾਂ ਅਸੀਂ ਪ੍ਰਚਾਰ ਕਰਦੇ ਹਾਂ, ਸਾਨੂੰ ਇਹ ਆਉਣੇ ਬਹੁਤ ਜ਼ਰੂਰੀ ਨੇ। ਔਰ ਸਾਨੂੰ ਇਹ ਚੀਜ਼, ਕਿਉਂਕਿ ਸਾਡੀ ਜਿਹੜੀ ਪ੍ਰਚਾਰ ਹੈ, ਆਵਾਜ਼ ਹੈ, ਦੁਨੀਆ ਤੱਕ ਜਾਂਦੀ ਹੈ। ਇਹ ਮਾਝੇ ਵਾਲਿਆਂ ਨੇ ਸੁਣਨੀ ਹੈ, ਅਤੇ ਇਹ ਮਾਲਵੇ ਵਾਲਿਆਂ ਨੇ, ਦੁਆਬੇ ਵਾਲਿਆਂ ਨੇ ਵੀ, ਹੋਰ ਵੀ ਕਿਤੇ ਬਾਹਰ ਵੀ ਸੁਣਨੀ। ਇਸ ਕਰਕੇ ਸਾਨੂੰ ਇਹ ਚੀਜ਼ ਦਾ ਗਿਆਨ ਹੋਣਾ ਚਾਹੀਦਾ। ਦੇਖੋ ਪ੍ਰਚਾਰਕ ਦੀ ਕਿੰਨੀ ਜ਼ਿੰਮੇਵਾਰੀ ਹੁੰਦੀ ਹੈ, ਐਵੇਂ ਨਹੀਂ ਕੁਝ ਬੋਲਿਆ ਜਾਂਦਾ ਹੈ। ਜਿਹੜੇ ਕੀਰਤਨ ਦੇ ਸ਼ਬਦ ਨੇ ਉਹ ਜਿੱਦਾਂ ਅਸੀਂ ਲਿਖੇ ਨੇ ਉੱਦਾਂ ਪੜ੍ਹ ਦਿੰਦੇ ਹਾਂ, ਪਰ ਜਦੋਂ ਸ਼ਬਦ ਦੀ ਵਿਚਾਰ ਕਰਨੀ ਹੈ, ਉਹਦੇ ਅਰਥ ਦੇ ਵਿੱਚ ਸਾਨੂੰ ਉਸ ਸ਼ਬਦ ਦਾ ਲਹਿਜਾ, ਉਸ ਸ਼ਬਦ ਦੇ ਮਤਲਬ, ਭਾਵ ਅਰਥ, ਜਾਂ ਸ਼ਬਦ ਦੇ ਵੱਖ-ਵੱਖ ਰੂਪ, ਨਾਉ ਪੜ੍ਹੇ ਨਾ ਅਸੀਂ, ਨਾਮ ਕਿੰਨੇ ਪ੍ਰਕਾਰ ਦੇ ਹੁੰਦੇ, ਆਮ ਨਾਉ, ਖਾਸ ਨਾਉ, ਭਾਵਵਾਚਕ ਨਾਉ, ਸੰਬੰਧਵਾਚਕ ਨਾਉ। ਇਹ ਚੀਜ਼ਾਂ ਕੋਈ ਨਹੀਂ ਪੜ੍ਹਾਇਆ ਰਿਹਾ ਅੱਜ ਕੱਲ੍ਹ। CBSE ਦੇ ਵਿੱਚ 0 ਹੈ। ਮੈਂ ਹਮੇਸ਼ਾ ਸਕੂਲਾਂ ਵਿੱਚ ਜਾ ਕੇ ਵੀ ਕਹਿੰਦਾ, ਉਹਨਾਂ ਨੂੰ ਵੀ ਬੁਰਾ ਲੱਗਦਾ, ਪਰ ਉਹ ਫਿਰ ਉਹਨਾਂ ਨੂੰ ਜਵਾਬ ਨਹੀਂ ਆਉਂਦਾ ਵੀ ਇਹ ਠੀਕ ਬੋਲ ਰਿਹਾ, ਇਹ ਭਾਈ ਸਾਹਿਬ ਠੀਕ ਬੋਲ ਰਿਹਾ। ਮੈਂ ਬੜੀ ਵਾਰ ਜਾ ਕੇ ਸਕੂਲਾਂ ਵਿੱਚ ਕਿਹਾ, ਜਾ ਕੇ ਪ੍ਰਿੰਸੀਪਲ ਸਾਹਿਬ ਨੂੰ 15-15 ਮਿੰਟ ਲਾ ਕੇ ਵੀ ਇਹ ਚੀਜ਼ ਕਿਉਂ ਨਹੀਂ ਸਿਖਾਉਂਦੇ, ਕਿਉਂਕਿ ਜਿਹੜੀਆਂ ਪੜ੍ਹਾਉਂਦੀਆਂ ਉਹਨਾਂ ਨੂੰ ਨਹੀਂ ਆਉਂਦਾ। ਅਤੇ ਅਸੀਂ ਪੰਜਾਬੀ ਤੋਂ ਬਹੁਤ ਦੂਰ ਹੋ ਰਹੇ ਨਾ। ਗੁਰੂ ਗ੍ਰੰਥ ਸਾਹਿਬ ਨੂੰ ਕੌਣ ਪੜ੍ਹੇਗਾ? ਕੇਵਲ ਗ੍ਰੰਥੀ ਭਾਈ ਜਾਂ ਹੋਰ ਪ੍ਰਚਾਰਕ। ਆਉਣ ਵਾਲੀ ਜਨਰੇਸ਼ਨ ਬੱਚੇ ਕੋਈ ਨਹੀਂ ਪੜ੍ਹ ਰਹੇ, ਕਿਉਂਕਿ ਉਹਨਾਂ ਦਾ ਮੂਲ ਪੰਜਾਬੀ ਉਹ ਉਹਨਾਂ ਤੋਂ ਕੱਟ ਕਰ ਦਿੱਤੀ ਗਈ ਹੈ। ਅੰਗਰੇਜ਼ੀ ਸੁਣ ਕੇ ਬੜੇ ਖੁਸ਼ ਹੁੰਦੇ ਹਾਂ ਅਸੀਂ, ਨਿਆਣੇ ਅੰਗਰੇਜ਼ੀ ਪੜ੍ਹਦੇ ਨੇ, ਪਰ ਪੰਜਾਬੀ ਉਹਨਾਂ ਨੂੰ 99 ਦਾ ਨਹੀਂ ਪਤਾ। ਉਹ ਬੱਚੇ ਕਹਿੰਦੇ ਨੇ ਸਾਨੂੰ ਅੰਗਰੇਜ਼ੀ ਦੇ ਵਿੱਚ ਦੱਸੋ ਵੀ 89 ਕਿਹਨੂੰ ਕਹਿੰਦੇ, 99 69 ਕਿਹਨੂੰ ਕਹਿੰਦੇ ਨੇ, ਉਹਦਾ ਪਤਾ ਨਹੀਂ ਲੱਗਦਾ। ਇਹ ਚੀਜ਼ਾਂ ਜਿਹੜੀਆਂ ਨੇ ਕਿਉਂ ਦੂਰ ਚਲੀਆਂ ਗਈਆਂ, ਕਿਉਂ ਕਿਸੇ ਨੇ ਸਾਨੂੰ ਸਿਖਾਇਆ ਹੀ ਨਹੀਂ। ਚੁੱਪ ਕਰਕੇ ਗੋਲ-ਮੋਲ ਕਰਕੇ ਪੜ੍ਹਾਈ ਜਾਓ, ਦੱਸੀ ਜਾਓ, ਬਸ ਠੀਕ ਠਾਕ ਹੈ। ਕਿਸੇ ਨੇ ਪੁੱਛਣ ਦਾ ਯਤਨ ਨਹੀਂ ਕੀਤਾ, ਮੇਰੀ ਧੀ ਪੁੱਤ ਪੜ੍ਹ ਰਿਹਾ, ਕੀ ਪੜ੍ਹ ਰਿਹਾ, ਇਹਨੂੰ ਇਹ ਆਪਣੀ ਚੀਜ਼ ਕਿਉਂ ਨਹੀਂ ਆ ਰਹੀ। ਮਹਾਰਾਸ਼ਟਰ ਵਿੱਚ ਚੱਲ ਜਾਓ, ਮਰਾਠੀ ਵਾਲਿਆਂ ਨੂੰ ਪੁੱਛ ਲੈਣਾ, ਅਗਲੇ ਲਹੂ ਦੇ ਵਿੱਚ ਭਰ ਰਹੇ ਨੇ ਮਰਾਠੀ। ਕੋਈ ਉੱਥੇ ਬੋਰਡ ਵੀ ਲਾ ਦਿੰਦਾ ਨਾ ਦੂਜੇ ਭਾਸ਼ਾ ਦੇ ਵਿੱਚ, ਅਤੇ ਉਹ ਬੋਰਡ ਸੁੱਟ ਦਿੰਦੇ ਨੇ ਲਾ ਕੇ। ਉਹ ਕਹਿੰਦੇ ਸਾਡੇ ਦੇਸ਼ ਵਿੱਚ ਸਾਡੀ ਭਾਸ਼ਾ ਦੀ ਤੋਹੀਨ ਨਹੀਂ ਕਰਨੀ। ਅਤੇ ਸਾਨੂੰ ਖੁਦ ਨੂੰ, ਪੰਜਾਬੀਆਂ ਨੂੰ, ਪੰਜਾਬੀ ਜੇ ਭੁੱਲ ਗਈ, ਅਤੇ ਬਾਹਰਲੇ ਵਾਲਿਆਂ ਨੇ ਤੇ ਆ ਕੇ ਹੁਣ ਉਹਨਾਂ ਨੇ ਹੋਕਾ ਵੀ ਹਿੰਦੀ ਵਿੱਚ ਦਿੰਦੇ ਨੇ, ਗੁਸਤਾਖੀ ਮਾਫ। ਸੋ ਵਿਚਾਰ ਬੜੀ ਪਿਆਰੀ ਚੱਲ ਪਈ। ਮੇਰੀ ਵਿਚਾਰ ਇਹ ਚੱਲ ਰਹੀ ਸੀ ਵੀ ਗੁਰੂ ਦਾ ਗਿਆਨ ਪ੍ਰਕਾਸ਼ ਹੈ, ਪਰ ਇਹਦੇ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ, ਵਿਚਾਰ ਇਹ ਬਹੁਤ ਜ਼ਰੂਰੀ ਹਨ। ਦੇਖੋ ਤੁਹਾਡੇ ਨਾਲ ਮੈਂ 4-5 ਛਕੇ ਜਿਹੜੇ ਉਹ ਆਸਾ ਦੀ ਵਾਰ ਦੇ ਲਾ ਦਿੱਤੇ, ਹੋਰ ਮੈਂ 2-4 ਲਾ ਕੇ ਭੋਗ ਪਾ ਕੇ ਤੇ ਅਰਦਾਸ ਕਰ ਦੇਣੀ ਸੀ। ਮੈਨੂੰ ਕੀ ਜ਼ਰੂਰਤ ਹੈ ਇੰਨੀ ਪੜ੍ਹਾਈ ਕਰਨ ਦੀ, ਇੰਨਾ ਕੁਛ ਮਤਲਬ ਪੜ੍ਹਨ ਦੀ, ਕਿਉਂਕਿ ਅਸੀਂ ਇਸ ਚੀਜ਼ ਨੂੰ ਧੰਦਾ ਨਹੀਂ ਬਣਾਇਆ, ਧਰਮ ਬਣਾਇਆ ਹੈ। ਗੁਸਤਾਖੀ ਮਾਫ। ਐਕਸਟਰਾ ਜਿਹੜੀ ਹੈ ਮਿਹਨਤ ਹੈ, ਇਹ ਵਿਰਲੇ ਤੇ ਜਿਸ 'ਤੇ ਰੱਬ ਮਿਹਰ ਕਰਦਾ ਉਹਦੇ ਕੋਲੋਂ ਕਰਾਉਂਦਾ। ਇਹ ਐਕਸਟਰਾ ਮਿਹਨਤ ਹੈ। ਵੈਸੇ ਸੁਣਨ ਵਾਲਿਆਂ ਨੂੰ ਇੱਦਾਂ ਲੱਗਦਾ ਵੀ ਭਾਈ ਜਿਹੜੀ ਇਹ ਕਥਾ ਕਰਦੇ ਨੇ ਐਵੇਂ ਹੁੰਦੀ ਹੈ, ਇਹਦੇ ਲਈ ਇਹ ਐਜੂਕੇਸ਼ਨ ਹੈ, ਪੜ੍ਹਾਈ ਹੈ। ਜੇ 10 ਬੰਦੇ ਨੇ 10 ਦੇ ਵਿੱਚ 10 ਨੂੰ ਕਿਹਾ ਵੀ ਇਹ ਚੀਜ਼ ਸੁਣਾ ਦੇ, ਉਹਦੇ ਵਿੱਚ 1 ਜਾਂ 2 ਨਿਕਲੇਗਾ। ਜਿਨ੍ਹਾਂ ਨੇ ਸਟੱਡੀ ਕੀਤੀ ਹੋਏਗੀ, ਜਿਸ ਨੇ ਪੜ੍ਹਾਈ ਕੀਤੀ ਹੋਏਗੀ। ਕੀਰਤਨ ਪੜ੍ਹਾਈ ਹੈ, ਧਿਆਨ ਦੇਣਾ, ਕੀਰਤਨ ਵੀ ਸਿੱਖਣਾ ਪੈਂਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵੀ ਸਿੱਖਣਾ ਪੈਂਦਾ। ਅਤੇ ਜਿਹੜੀ ਕਥਾ ਹੈ ਇਹ ਕਿਤੇ ਹਵਾ 'ਚ ਆ ਜਾਂਦੀ ਹੈ, ਜਾਂ ਵਿਚਾਰ ਜਿਹੜੀ ਹੈ ਇਹਦੇ ਲਈ ਅਧਿਐਨ ਚਾਹੀਦਾ, ਬਚਪਨ ਤੋਂ ਬੰਦਾ ਜੁੜਿਆ ਹੋਣਾ ਚਾਹੀਦਾ, ਤਾਂ ਬਾਣੀ ਕੰਠ ਹੁੰਦੀ ਹੈ। ਜੇ ਕਹੇ ਵੀ ਉਹਦੇ ਵੱਲ ਦੇਖ ਕੇ ਮੈਂ 4 ਮਹੀਨੇ ਲਾ ਕੇ ਤੇ ਇਹ ਚੀਜ਼ ਸਿੱਖ ਲਵਾਂ, ਇਹ ਨਹੀਂ ਹੁੰਦੀ। ਇਹਦਾ ਸਾਰਾ ਜੀਵਨ ਸਮਰਪਿਤ ਕਰਨਾ ਪੈਂਦਾ। ਸੋ ਵਿਚਾਰ ਬੜੇ ਡੂੰਘੇ ਨੇ। ਆਓ ਸ਼ਬਦ ਦੀ ਵਿਚਾਰ ਜਿਹੜੀ ਮਹਾਰਾਜ ਜੀ ਦੀ ਅੱਜ ਦੀ ਉਹ ਕਰਕੇ ਸਮਾਪਤੀ ਕਰੀਏ। ਮਹਾਰਾਜ ਜੀ ਦੀ ਬਾਣੀ ਦਾ ਸ਼ਬਦ ਹੈ ਅੱਜ ਦਾ, ਲੱਖ ਭਗਤ ਅਰਾਧੇ ਜਪਤੇ ਪੀਓ ਪੀਓ, ਲੱਖਾਂ ਹੀ ਭਗਤ ਤੈਨੂੰ ਪਿਆਰਾ ਪਿਆਰਾ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਹਿ ਕੇ ਯਾਦ ਕਰਦੇ ਨੇ। ਤੇਰਾ ਰਾਮ ਰਸ ਪੀਆ ਰੇ, ਜਹ ਰਸ ਬਿਸਰ ਗਏ ਰਸੌਰ। ਤੇਰੇ ਰਾਮ ਦੇ ਰਸ ਨੂੰ, ਤੇਰੇ ਨਾਮ ਦੇ ਰਸ ਨੂੰ ਲੱਖ ਭਗਤ ਅਰਾਧੇ ਜਪਤੇ ਪੀਓ ਪੀਓ। ਤੇਰਾ ਨਾਮ ਲੈ ਕੇ ਉਹ ਰਸ ਪੀਂਦੇ ਪਏ ਨੇ, ਤੇਰਾ ਨਾਮ ਰਸ ਲੈ ਕੇ ਉਹ ਪੀਂਦੇ ਪਏ ਨੇ। ਜਿਵੇਂ ਕਿਸੇ ਨੂੰ ਅਸੀਂ ਯਾਦ ਕਰਕੇ ਰਸ ਪ੍ਰਾਪਤ ਕਰਦੇ ਹਾਂ, ਜਿਵੇਂ ਕਿ ਆਪਣੇ ਧੀ ਪੁੱਤਰ ਨੂੰ, ਪੋਤਰੇ ਪੋਤਰੀਆਂ ਨੂੰ ਲਾਡ ਵਾਲੇ ਸ਼ਬਦ ਬੋਲ ਕੇ ਰਸ ਪ੍ਰਾਪਤ ਕਰਦੇ ਆ ਨਾ, ਇੱਦਾਂ ਹੀ ਮਹਾਰਾਜ ਜੀ ਕਹਿੰਦੇ ਭਗਤ ਜਿਹੜੇ ਉਸ ਦੇ ਨਾਮ ਨੂੰ ਬੋਲ ਕੇ ਜਪ ਕੇ ਰਸ ਪੀਂਦੇ ਨੇ। ਕਵਣ ਜੁਗਤ ਮਿਲਾਵੋ ਨਿਰਗੁਣ ਬਿਖਈ ਜੀਓ। ਉਸ ਦੇ ਸਾਹਮਣੇ ਮੈਂ ਕੌਣ ਹਾਂ? ਉਸ ਦੇ ਸਾਹਮਣੇ ਮੈਂ ਇੱਕ ਬਿਕਾਰੀ ਜੀਵ ਹਾਂ ਆਪਣੇ ਮਾਲਕ ਦੇ ਸਾਹਮਣੇ, ਔਰ ਮੈਂ ਕਿਸ ਤਰੀਕੇ ਦੇ ਨਾਲ ਉਸ ਨੂੰ ਮਿਲਾਂ। ਕਵਣ ਜੁਗਤ ਮਿਲਾਵੋ ਨਿਰਗੁਣ ਬਿਖਈ ਜੀਓ। ਬਿਖਈ ਦਾ ਮਤਲਬ ਬਿਕਾਰੀ, ਮੇਰਾ ਜੀ ਜਾਨ ਜਿਹੜੀ ਹੈ
ਉਹ ਮਾਇਆ ਦੇ ਨਾਲ ਗ੍ਰਸੀ ਹੋਈ ਹੈ। ਮੈਂ ਕਿਹੜੇ ਤਰੀਕੇ ਦੇ ਨਾਲ ਉਸ ਮਾਲਕ ਨੂੰ ਜਾਂ ਉਹਦੇ ਸਾਹਮਣੇ ਮੈਂ ਖੜਾ। ਤੇਰੀ ਟੇਕ ਗੋਬਿੰਦ ਗੋਪਾਲ ਦਿਆਲ ਪ੍ਰਭ, ਹੇ ਗੋਬਿੰਦ ਗੋਪਾਲ ਮੈਨੂੰ ਤੇਰਾ ਭਰੋਸਾ ਹੈ, ਮੈਨੂੰ ਤੇਰਾ ਆਸਰਾ ਹੈ। ਤੂੰ ਸਭਨਾ ਕੇ ਨਾਥ, ਤੇਰੀ ਸ੍ਰਿਸ਼ਟ ਸਭ ਰਹਾਉ। ਤੂੰ ਸਾਰਿਆਂ ਜੀਵਾਂ ਦਾ ਖਸਮ ਹੈ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ। ਸਦਾ ਸਹਾਈ ਸੰਤ ਪੇਖੈ ਸਦਾ ਹਜੂਰ। ਸੋ ਆਪਣੇ ਪਿਆਰਿਆਂ ਦੀ ਤੂੰ ਸਹਾਇਤਾ ਕਰਨ ਵਾਲਾ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ, ਤੇਰੇ ਤੂੰ ਆਪਣੇ ਪਿਆਰਿਆਂ ਦੀ ਸਹਾਇਤਾ ਕਰਦਾ। ਸਦਾ ਸਹਾਈ ਸੰਤ ਕਿਉਂ ਸਹਾਇਤਾ ਕਰਦਾ? ਪੇਖੇ ਸਦਾ ਹਜੂਰ, ਕਿਉਂਕਿ ਉਹ ਤੈਨੂੰ ਆਪਣੇ ਅੰਗ ਸੰਗ ਦੇਖਦੇ ਨੇ। ਸੰਤ ਭਗਤ ਰੱਬ ਦੇ ਪਿਆਰੇ ਤੈਨੂੰ ਅੰਗ ਸੰਗ ਦੇਖਦੇ ਨੇ, ਇਸ ਕਰਕੇ ਤੂੰ ਉਹਨਾਂ ਦਾ ਸਹਾਈ ਹੁੰਦਾ। ਨਾਮ ਬਿਹੁੰਨੜਿਆ ਸੇ ਮਰਨ ਵਸੂਰ ਵਸੂਰ। ਵਸੂਰ ਵਸੂਰ ਦਾ ਮਤਲਬ ਝੂਰ ਝੂਰ ਕੇ। ਤੇ ਨਾਮ ਤੂੰ ਸਖਣੇ ਜਿਹੜੇ ਨੇ ਮਹਾਰਾਜ ਜੀ ਕਹਿੰਦੇ ਨੇ ਉਹ ਆਪਣੀ ਆਤਮਕ ਮੌਤ ਜਿਹੜਾ ਹੈ ਉਹ ਸਹੇੜੀ ਰੱਖਦੇ ਨੇ। ਦਾਸ ਦਾਸੰਤਨ ਭਾਏ ਮਿਟਿਆ ਤਿੰਨਾ ਗੌਣ। ਜਿਹੜੇ ਮਨੁੱਖ ਦਾਸਾਂ ਦੇ ਦਾਸ ਬਣ ਜਾਂਦੇ ਨੇ, ਦਾਸ ਦਾਸ ਤਨ ਭਾਏ ਮਿਟਿਆ ਤਿਨਾ ਗੌਣ। ਗੌਣ ਦਾ ਮਤਲਬ ਹੈ ਜਨਮ ਮਰਨ ਦਾ ਗੇੜ। ਜਿਹੜੇ ਲੋਕ ਤੇਰੇ ਦਾਸਾਂ ਦੇ ਦਾਸ ਬਣਦੇ ਨੇ, ਦਾਸਮ ਦਾਸ ਇੱਕ ਪੰਕਤੀ ਆਉਂਦੀ ਹੈ। ਜਿਹੜੇ ਤੇਰੇ ਇੱਕ ਤੇ ਹੁੰਦਾ ਨਾ ਆਪਣਾ ਨਾਨਕ ਦਾਸ, ਇੱਕ ਤੇ ਅਸੀਂ ਨਾਨਕ ਦੇ ਦਾਸ ਹਾਂ। ਇੱਕ ਜਿਹੜਾ ਨਾਨਕ ਦਾ ਦਾਸ ਅੱਗੇ ਉਹਦਾ ਦਾਸ, ਨਾਨਕ ਦਾ ਦਾਸ ਅੱਗੇ ਉਹਦਾ ਦਾਸ। ਤੇ ਮਹਾਰਾਜ ਜੀ ਕਹਿੰਦੇ ਜਿਹੜਾ ਉਹਦਾ ਦਾਸ ਬਣਦਾ, ਨਾਨਕ ਦੇ ਦਾਸ ਦਾ ਦਾਸ। ਦਾਸ ਦਾਸੰਤਨ ਭਾਏ ਮਿਟਿਆ ਤਿਨਾ ਗੌਣ। ਉਹਨਾਂ ਦੀ ਭਟਕਣਾ, ਉਹਨਾਂ ਦਾ ਆਵਾਗੌਣ ਗੁਰੂ ਮਿਟਾ ਦਿੰਦਾ। ਦੇਖੋ ਅਸੀਂ ਇੱਕ ਵਾਰੀ ਕਈ ਵਾਰੀ ਸੁਣਾਈ ਵੈਸੀ ਹੈ ਪ੍ਰਮਾਣ ਵਿਚਾਰ। ਜਿਵੇਂ ਜਲੋਧਰ ਦਾ ਰੋਗ ਹੋ ਗਿਆ ਸੀ ਬਾਦਸ਼ਾਹ ਨੂੰ, ਤੇ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਹਿੰਦਾ ਮੇਰਾ ਪੇਟ ਫੁੱਲ ਗਿਆ, ਪਾਣੀ ਭਰ ਗਿਆ, ਮਰ ਜਾਣਾ, ਠੀਕ ਕਰ ਦਿਓ। ਤੇ ਮਹਾਰਾਜ ਜੀ ਦਾ ਦਾਸ ਕੌਣ ਹੈ? ਬਾਬਾ ਬੁੱਢਾ ਸਾਹਿਬ। ਅੱਜ ਜੋ ਪੰਕਤੀ ਆਈ ਉਹਦੇ ਮੁਤਾਬਕ ਦਾਸਾਂ ਦਾ ਦਾਸ। ਮਹਾਰਾਜ ਜੀ ਕਹਿੰਦੇ ਆਪਾਂ ਨਹੀਂ ਕੁਛ ਕਰ ਸਕਦੇ, ਉਹ ਸਾਡੇ ਸਿੱਖ ਕੋਲ ਚਲਿਆ ਜਾ। ਤੇ ਬਾਬਾ ਬੁੱਢਾ ਸਾਹਿਬ ਨੇ ਟੋਕਰੀ ਫੜੀ ਹੋਈ ਸੀ, ਟੋਕਰੀ ਮਿੱਟੀ ਢੋਂਦੇ ਪਏ ਸੀ, ਸ਼ਾਇਦ ਇੱਦਾਂ ਲਿਖਿਆ। ਤੇ ਉਹ ਜਾ ਕੇ ਕਹਿੰਦੇ ਵੀ ਗੁਰੂ ਸਾਹਿਬ ਨੇ ਤੁਹਾਡੇ ਕੋਲ ਭੇਜਿਆ। ਬਾਦਸ਼ਾਹ ਕਹਿੰਦਾ ਵੀ ਮੇਰਾ ਫਾਰਾ ਪੈ ਗਿਆ, ਢਿੱਡ 'ਚ ਪਾਣੀ ਭਰ ਗਿਆ। ਤੇ ਕੋਈ ਜਲੋਧਰ ਦਾ ਰੋਗ ਵੀ ਲਿਖਿਆ ਕਿਸੇ ਨੇ, ਵੀ ਕਹਿੰਦਾ ਵੀ ਮੈਨੂੰ ਇੱਦਾਂ ਲੱਗਦਾ ਮਰ ਜਾਣਾ ਮੈਂ। ਤੇ ਤੁਹਾਡੇ ਪਾਤਸ਼ਾਹ ਕਹਿੰਦੇ ਨੇ ਵੀ ਮੇਰਾ ਸਿੱਖ ਜਿਹੜਾ ਹੈ ਨਾ ਬਾਬਾ ਬੁੱਢਾ, ਉਹ ਕਰ ਦੇਗਾ ਠੀਕ। ਤੇ ਬਾਬਾ ਬੁੱਢਾ ਸਾਹਿਬ ਜਿਹੜੇ ਸੀ ਉਹ ਮੈਂ ਤੁਹਾਨੂੰ ਬੜੀ ਵਾਰ ਸ਼ੇਅਰ ਕੀਤਾ ਵੀ ਉਹ ਬੇਪਰਵਾਹ ਹੁੰਦੇ ਨੇ ਰੱਬ ਦੇ ਪਿਆਰੇ। ਉਹ ਨਹੀਂ ਪ੍ਰਵਾਹ ਕਰਦੇ। ਉਹਨਾਂ ਆਪਣੀ ਮੌਜ ਦੇ ਵਿੱਚ ਆ ਕੇ ਉਹਨਾਂ ਨੇ ਉਹ ਜੋ ਵੀ ਚੀਜ਼ ਫੜੀ ਸੀ, ਬਾਟਾ ਕਹਿ ਦਈਏ, ਲੋਹਾਂਡਾ ਕਹਿ ਦਈਏ, ਟੋਕਰਾ ਕਹਿ ਦਈਏ, ਟੋਕਰੀ ਕਹਿ ਦਈਏ, ਉਸ ਦੇ ਪੇਟ 'ਤੇ ਮਾਰਤੀ। ਉਹਦੇ ਪੇਟ 'ਤੇ ਲੱਗੀ ਕੀ? ਤੇ ਉਸ ਦਾ ਜਿਹੜਾ ਪੇਟ ਸੀ ਕਹਿੰਦੇ ਨੇ ਉਹ ਬਿਲਕੁਲ ਸਹੀ ਹੋ ਗਿਆ। ਕਹਿੰਦਾ ਚਲਿਆ ਜਾ। ਬਾਬਾ ਬੁੱਢਾ ਸਾਹਿਬ ਕਹਿੰਦੇ ਚਲਿਆ ਜਾ ਮੇਰੇ ਕੋਲ। ਸੱਚੇ ਪਾਤਸ਼ਾਹ ਆਪ 'ਤੇ ਕਰਾਉਂਦੇ ਨੇ, ਆਪ 'ਤੇ ਕਰਦੇ ਨੇ, ਤੇ ਨਾ ਸਾਡਾ ਲੈਂਦੇ ਨੇ। ਕਰਦੇ ਉਹੀ ਨੇ, ਪਰ ਕਿਉਂ ਕਰਦੇ ਨੇ? ਕਿਉਂ ਕਰਦੇ ਨੇ? ਸਤਿਗੁਰ ਗੁਰਸਿੱਖਾਂ ਅੰਦਰ ਵਰਤੈ। ਗੁਰੂ ਆਪਣੇ ਭਗਤਾਂ ਨੂੰ ਵਡਿਆਈ ਦਿੰਦਾ। ਅਸੀਂ ਸੰਤਾਂ ਮਹਾਤਮਾ ਕੋ ਜਾਂਦੇ ਹਾਂ ਨਾ, ਵੀ ਸੰਤਾਂ ਕੋ ਜਾਓ, ਸੰਤਾਂ ਕੋ ਬਚਨ ਲੈ ਕੇ ਆਓ। ਸੰਤ ਉਹ ਹੈ ਜਿਹੜਾ ਆਪਣੇ ਆਪ ਨੂੰ ਸਾਧਦਾ। ਤੁਹਾਡੇ ਵਿੱਚੋਂ ਵੀ ਕੋਈ ਹੋ ਸਕਦਾ। ਤੇ ਸੁਖਨੀ ਸਾਹਿਬ 'ਚ ਅਸੀਂ ਪੜ੍ਹਦੇ ਹਾਂ, ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ। ਜਿਹੜੇ ਸੰਤ ਬਿਰਤੀ ਵਾਲੇ, ਸਾਧ ਬਿਰਤੀ ਵਾਲੇ, ਗੁਰਮੁਖ ਬਿਰਤੀ ਵਾਲੇ ਜਿਹੜੇ ਪਿਆਰੇ ਹੁੰਦੇ ਨੇ, ਉਹਨਾਂ ਨੇ ਇਹ ਚੀਜ਼ ਨੂੰ ਕਮਾਇਆ ਹੁੰਦਾ। ਉਹਨਾਂ ਦੀ ਗੱਲ ਜਿਹੜੀ ਹੈ ਰੱਬ ਤੱਕ ਪਹੁੰਚਦੀ ਹੈ, ਉਹਨਾਂ ਨੂੰ ਵਿਚੋਲੇ ਤੱਕ ਕਿਹਾ ਜਾਂਦਾ ਹੈ, ਤੇ ਉਹਨਾਂ ਦੀ ਰੱਬ ਮੰਨਦਾ ਹੈ। ਤੇ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਜੇਕਰ ਤੂੰ ਦਾਸਾਂ ਦਾ ਦਾਸ ਬਣ ਜਾਏ ਕਿਧਰੇ, ਧਿਆਨ ਦੇਣਾ, ਕਿਸੇ ਮਨਿਸਟਰ ਨੂੰ ਕੋਈ ਸਿੱਧਾ ਮਿਲ ਕੇ ਦਿਖਾਏ। ਹਰ ਇੱਕ ਮਨਿਸਟਰ ਦਾ ਕੌਣ ਹੁੰਦਾ? PA। ਤੁਹਾਡਾ ਫੋਨ, ਤੁਹਾਡੀ ਕੋਈ ਰਿਕੁਐਸਟ, ਕੋਈ ਲਿਖਿਆ ਪੱਤਰ ਸਿੱਧਾ PM ਕੋਲ, CM ਕੋਲ ਜਾਂ ਕਿਸੇ ਵਜ਼ੀਰ ਕੋਲ ਨਹੀਂ ਜਾਂਦਾ। ਪਹਿਲਾਂ ਉਹਦਾ ਅੱਗੇ PA ਹੁੰਦਾ। ਉਹਦੀ ਮਰਜ਼ੀ ਹੈ, ਮਿਲਾਵੇ। ਉਹ ਕਹਿ ਸਕਦਾ ਵੀ ਸਾਹਿਬ ਵਿਹਲੇ ਨਹੀਂ,
ਬੰਦੇ ਨੂੰ ਚੱਕਰ ਪੈ ਗਿਆ ਨਾ, ਉਹਦੇ ਹੱਥ ਹੁੰਦਾ, ਉਹਦੇ ਹੱਥ ਹੁੰਦਾ। ਇਸ ਕਰਕੇ ਜਿਹੜਾ ਗੁਰੂ ਦੇ ਦਾਸਾਂ ਦਾ ਦਾਸ ਹੁੰਦਾ, ਦਾਸਾਂ ਦੀ ਗੁਰੂ ਮੰਨਦਾ ਹੈ, ਕਿਉਂਕਿ ਦਾਸਾਂ ਦੇ ਨਾਲ ਉਹਦਾ ਰਿਸ਼ਤਾ ਹੁੰਦਾ। ਸੋ ਮਹਾਰਾਜ ਜੀ ਕਹਿੰਦੇ ਜਿਹੜਾ ਦਾਸਾਂ ਦਾ ਦਾਸ ਬਣ ਗਿਆ, ਉਹਦੀ ਭਟਕਣਾ ਮਹਾਰਾਜ ਮਿਟਾ ਦਿੰਦਾ। ਵਿਸਰਿਆ ਜਿਨ੍ਹਾਂ ਨਾਮ ਤਿਨਾੜਾ ਹਾਲ ਕੌਣ, ਜਿਨ੍ਹਾਂ ਮੰਦਭਾਗੀਆਂ ਨੂੰ ਰੱਬ ਮਹਾਰਾਜ ਜੀ ਕਹਿੰਦੇ ਭੁੱਲ ਜਾਂਦਾ, ਉਹਨਾਂ ਦਾ ਹਾਲ ਕੀ ਹੈ ਇਹ ਤਾਂ ਕੋਈ ਦੇਖ ਕੇ ਹੀ ਦੱਸ ਸਕਦਾ। ਐਵੇਂ ਨਹੀਂ ਅਸੀਂ ਕਹਿ ਸਕਦੇ ਵੀ ਉਹਦਾ ਹਾਲ ਇੱਦਾਂ ਹੋਏਗਾ, ਉਹਨੂੰ ਪਤਾ ਹੋਏਗਾ। ਜੈਸੇ ਪਸ਼ੂ ਹਰਿਆਓ ਤੈਸਾ ਸੰਸਾਰ ਸਭ। ਮਹਾਰਾਜ ਜੀ ਨੇ ਇੱਕ ਪਸ਼ੂਆਂ ਦੀ ਉਦਾਹਰਨ ਦੇ ਕੇ ਸੰਸਾਰ ਦੇ ਸੁਭਾਅ ਨੂੰ ਦੱਸਿਆ। ਕਹਿੰਦੇ ਸੰਸਾਰ ਇੱਦਾਂ ਪਦਾਰਥਾਂ ਦੇ ਉੱਪਰ ਡੁੱਲਿਆ ਫਿਰਦਾ ਜਿਵੇਂ ਖੁੱਲ੍ਹਾ ਪਸ਼ੂ ਜਿਹੜੇ ਮਰਜ਼ੀ ਖੇਤ ਵਿੱਚ ਵੜ ਜਾਂਦਾ। ਜੈਸੇ ਪਸ਼ੂ ਹਰਿਆਓ, ਇੱਕ ਜਿਹੜੇ ਡੰਗਰ ਚਾਰਨ ਜਾਂਦੇ ਨੇ, ਕਈ ਵਾਰ ਜਦੋਂ ਡੰਗਰਾਂ ਨੂੰ ਚਾਰਨ ਵਾਲਾ ਉਹਨਾਂ ਦਾ ਖਿਆਲ ਨਾ ਰੱਖੇ, ਇਹ ਜਿਹੜੀ ਮੈਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਦਾ, ਪੰਕਤੀ ਲਿਖੀ ਹੈ, ਜੈਸੇ ਪਸ਼ੂ ਹਰਿਆਓ। ਹਰਿਆਓ ਦਾ ਮਤਲਬ ਹਰਿਆਲੀ, ਜਿਵੇਂ ਖੁੱਲ੍ਹਾ ਪਸ਼ੂ ਜਿਹੜੇ ਮਰਜ਼ੀ ਪੈਲੀ ਦੇ ਵਿੱਚ ਵੜ ਕੇ ਕਈ ਵਾਰ ਫਸਲ ਵੀ ਖਾ ਜਾਂਦਾ। ਜਿਵੇਂ ਗੁਰੂ ਨਾਨਕ ਦੇ ਉੱਪਰ ਕਿਸੇ ਨੇ ਇਲਜ਼ਾਮ ਲਾ ਦਿੱਤਾ ਵੀ ਇਹਨਾਂ ਦੇ ਡੰਗਰਾਂ ਨੇ ਖੇਤੀਆਂ ਖਾ ਲਈਆਂ ਹਰੀਆਂ। ਮਹਾਰਾਜ ਜੀ ਕਹਿੰਦੇ ਜਿਵੇਂ ਇੱਕ ਖੁੱਲ੍ਹਾ ਪਸ਼ੂ ਕਿਸੇ ਦਾ ਹਰਾ ਚਰ ਲੈਂਦਾ, ਜੈਸੇ ਪਸ਼ੂ ਹਰਿਆਓ ਤੈਸਾ ਸੰਸਾਰ ਸਭ। ਇੱਦਾਂ ਹੀ ਜਿਸ ਸੰਸਾਰ ਦੇ ਲੋਕਾਂ ਦੇ ਮਨ ਨੂੰ ਲਗਾਮ ਨਾ ਹੋਏਗੀ, ਜ਼ੁਬਾਨ ਨੂੰ ਲਗਾਮ ਨਾ ਹੋਏਗੀ, ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜੇ ਵਿਚਾਰ ਚੱਲਦੇ ਉਹਨਾਂ ਨੂੰ ਲਗਾਮ ਨਾ ਹੋਏਗੀ, ਉਹ ਵੀ ਪਸ਼ੂ ਢੋਰ ਵਾਂਗੂ ਜਿਹੜਾ ਐਵੇਂ ਹੀ ਇੱਧਰ ਉੱਧਰ ਮੂੰਹ ਮਾਰਦਾ ਫਿਰੇਗਾ। ਆਹ ਮਿਲ ਜਾਏ, ਆਹ ਪ੍ਰਾਪਤ ਹੋ ਜਾਏ, ਆਹ ਕਰ ਲਵਾਂ, ਉਹ ਕਰ ਲਵਾਂ। ਇੱਦਾਂ ਨਹੀਂ ਹੁੰਦਾ, ਇੱਦਾਂ ਕੁਝ ਪ੍ਰਾਪਤ ਨਹੀਂ ਹੁੰਦਾ। ਪਸ਼ੂ ਵਾਲੀ ਬਿਰਤੀ ਛੱਡ, ਐਵੇਂ ਨਾ ਮਹਾਰਾਜ ਜੀ ਕਹਿੰਦੇ ਮੂੰਹ ਮਾਰੀ ਜਾ ਉਸ ਡੰਗਰ ਵਾਂਗੂ, ਪਸ਼ੂ ਵਾਂਗੂ। ਤੂੰ ਕਿੱਲੇ 'ਤੇ ਵੱਝ, ਬਾਣੀ ਦੇ ਵਿੱਚ ਲਿਖਿਆ, ਉਸ ਕਿੱਲੇ 'ਤੇ ਵੱਝ ਕੇ ਪਸ਼ੂ ਨੂੰ ਗਤਾਵਾ ਵੀ ਮਿਲਦਾ। ਅਸੀਂ ਗਤਾਵਾ ਕਹਿੰਦੇ ਹਾਂ, ਮਾਲਵੇ ਵਿੱਚ ਸੰਨੀ ਕਹਿੰਦੇ ਨੇ। ਅਸੀਂ ਕਹਿੰਦੇ ਨਾ ਡੰਗਰ ਨੂੰ ਗਤਾਵਾ ਕਰਦੇ, ਜਿਵੇਂ ਪਹਿਲਾਂ ਬੇਨਤੀ ਕੀਤੀ ਸ਼ਬਦਾਂ ਦੀ, ਮਾਲਵੇ 'ਚ ਕਹਿੰਦੇ ਡੰਗਰਾਂ ਨੂੰ ਸੰਨੀ ਕਰਿਆਓ। ਜਿਵੇਂ ਪਸ਼ੂ ਨੂੰ ਕਿੱਲੇ 'ਤੇ ਬੈਠੇ ਨੂੰ ਹਰਿਆ ਪੱਠੇ ਹਰੇ, ਉਹਨੂੰ ਹੋਰ ਖਲ ਵੀ ਮਿਲਦੀ ਹੈ ਜਾਂ ਹੋਰ ਗਤਾਵਾ ਵੀ ਮਿਲਦਾ। ਸੋ ਮਹਾਰਾਜ ਜੀ ਕਹਿੰਦੇ ਵਫਾਦਾਰ ਰਹਿ ਮਾਲਕ ਦਾ, ਤੈਨੂੰ ਸਭ ਕੁਝ ਮਿਲੇਗਾ। ਐਵੇਂ ਹੀ ਲੋਕਾਂ ਦੀ ਖੇਤੀ ਦੇ ਵਿੱਚ ਮੂੰਹ ਮਾਰਦਾ ਫਿਰਦਾ ਵੀ ਤੈਨੂੰ ਉੱਥੋਂ ਵੀ ਕੁਝ ਮਿਲ ਜਾਏ, ਉੱਥੋਂ ਵੀ ਕੁਝ ਮਿਲ ਜਾਏ, ਇੱਥੋਂ ਵੀ ਪ੍ਰਾਪਤ ਕਰ ਲਾਂ। ਐਦਾਂ ਮੂੰਹ ਮਾਰਨ ਦੇ ਨਾਲ ਕੁਛ ਨਹੀਂ ਹੋਣਾ। ਇੱਕ ਖੁੰਡੇ ਕਿੱਲੇ ਨਾਲ ਵੱਜਿਆ ਰਹਿ, ਮਾਲਕ ਆਪੇ ਹੀ ਮਿਹਰ ਕਰ ਦੇਵੇਗਾ, ਮਾਲਕ ਆਪੇ ਹੀ ਤੈਨੂੰ ਰਜਾ ਦੇਵੇਗਾ। ਇਸ ਕਰਕੇ ਵਫਾਦਾਰੀ ਨਿਭਾ, ਕਿੱਲੇ 'ਤੇ ਵੱਜਿਆ ਰਹੋ। ਜਿਹੜਾ ਪਸ਼ੂ ਆਪਣੇ ਮਾਲਕ ਨੂੰ ਦੁੱਧ ਦਿੰਦਾ ਹੈ, ਉਹ ਕਿਉਂ ਨਹੀਂ ਉਹਨੂੰ ਨਹਾਉਂਦਾ ਵੀ ਵਧੀਆ ਤਰੀਕੇ ਨਾਲ, ਉਹਦੀ ਸੇਵਾ ਵੀ ਕਰਦਾ, ਮੱਖੀ ਮੱਛਰ ਦਾ ਵੀ ਖਿਆਲ ਰੱਖਦਾ ਕਿ ਨਹੀਂ? ਕਿਉਂ? ਕਿਉਂਕਿ ਉਹਨੂੰ ਪਤਾ ਵੀ ਇਹ ਸਾਡਾ ਹੈ। ਅਤੇ ਜਿਹੜਾ ਅਵਾਰਾ ਪਸ਼ੂ, ਜਿਹੜਾ ਕਿੰਨੇ ਪਸ਼ੂ ਜਿਹੜੇ ਘੁੰਮਦੇ ਫਿਰਦੇ ਨੇ, ਜਿਹੜੀ ਮਰਜ਼ੀ ਫਸਲ ਵਿੱਚ ਮੂੰਹ ਮਾਰਦੇ ਨੇ, ਉੱਧਰ ਵੀ ਚਲ ਗਏ, ਉੱਧਰ ਵੀ ਚਲ ਗਏ, ਉੱਧਰ ਵੀ ਚਲ ਗਏ, ਅਤੇ ਉਹਨਾਂ ਨੂੰ ਡੰਡੇ ਪੈਂਦੇ ਨੇ, ਖਾਣਾ ਨਹੀਂ ਮਿਲਦਾ, ਉਹਨਾਂ ਨੂੰ ਗਤਾਵਾ ਨਹੀਂ ਮਿਲਦਾ, ਉਹਨਾਂ ਨੂੰ ਸੰਨੀ ਨਹੀਂ ਮਿਲਦੀ, ਉਹਨਾਂ ਨੂੰ ਖਲ ਨਹੀਂ ਮਿਲਦੀ। ਸੋ ਗੁਰੂ ਸਾਹਿਬ ਜੀ ਸ਼ਬਦ ਵਿੱਚ ਇਸ ਤਰ੍ਹਾਂ ਕਹਿ ਰਹੇ ਨੇ, ਜੈਸੇ ਪਸ਼ੂ ਹਰਿਆਓ ਤੈਸਾ ਸੰਸਾਰ ਸਭ। ਇੱਦਾਂ ਦਾ ਸੰਸਾਰ ਹੋਇਆ ਪਿਆ। ਨਾਨਕ ਬੰਧਨ ਕਾਟ ਮਿਲਾਵੋ ਆਪ ਪ੍ਰਭ। ਸੋ ਮਾਲਕ ਬੰਧਨਾਂ ਨੂੰ ਕੱਟਣ ਵਾਲਾ ਆਪ ਹੀ ਚਰਨਾਂ ਦੇ ਵਿੱਚ ਜੋੜਨ ਵਾਲਾ ਅਤੇ ਆਪ ਹੀ ਰੱਖਣ ਵਾਲਾ ਹੈ। ਸੋ ਇਸ ਅੱਜ ਦੇ ਲੜੀਵਾਰ ਸ਼ਬਦ ਦੀ ਬਹੁਤ ਪਿਆਰੀ ਵਿਚਾਰ ਜੋ ਮਹਾਰਾਜ ਜੀ ਨੇ ਕਿਰਪਾ ਕਰਕੇ ਸੇਵਾ ਲਈ ਹੈ। ਮਹਾਰਾਜ ਮਿਹਰ ਕਰਨ, ਇਸ ਸ਼ਬਦ ਦਾ ਭਾਵ ਅਰਥ ਸਭ ਦੇ ਹਿਰਦੇ ਵਿੱਚ ਵਸੇ ਔਰ ਸਭ ਦਾ ਮਾਲਕ ਭਲਾ ਕਰੇ, ਸਭ ਦੇ ਬੱਚਿਆਂ ਨੂੰ ਖੁਸ਼ੀਆਂ ਬਖਸ਼ੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।